90.4 FM ਤੇ ਤੁਹਾਡਾ ਸਵਾਗਤ। ਮੈਂ ਹਾਂ ਤੁਹਾਡਾ ਡਿਵਾਈਨ ਤੇ ਦਿਲਦਾਰ ਆਰਜੇ ਗੁਰਵੇਲ ਸਿੰਘ ਤੇ ਰੇਡੀਓ ਖੁਸ਼ੀ 90.4 FM ਤੇ ਮੈਂ ਆ ਗਿਆ ਲੈ ਕੇ ਤੁਹਾਡਾ ਫੇਵਰੇਟ ਪ੍ਰੋਗਰਾਮ ਜੀਵਨ ਜਾਚ। ਤੇ ਜੀਵਨ ਜਾਚ ਪ੍ਰੋਗਰਾਮ ਦੇ ਵਿੱਚ ਅੱਜ ਨੇ ਮੇਰੇ ਨਾਲ ਰੇਡੀਓ ਖੁਸ਼ੀ 90.4 FM ਤੇ ਅਲੀਨਾ ਦਿਮਾਨ, ਸਟੂਡੈਂਟ ਰਾਈਟਰ ਔਰ ਕਵਿੱਤਰੀ, ਜਿਹੜੇ ਕਿ ਬਹੁਤ ਸੋਹਣਾ ਲਿਖਦੇ ਹੈ, ਸਟੂਡੈਂਟ ਨੇ ਔਰ ਨਾਲ ਹੀ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਮੋਗਾ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਵੀ ਨੇ। ਉਹਨਾਂ ਦੇ ਨਾਲ ਅੱਜ ਅਸੀਂ ਕਰਦੀਆਂ ਖੂਬ ਸਾਰੀਆਂ ਗੱਲਾਂ ਤੇ ਨਾਲ ਹੀ ਸੁਣਦੀਆਂ ਉਹਨਾਂ ਦੀਆਂ ਅਸੀਂ ਕੁਛ ਕਵਿਤਾਵਾਂ ਵੀ। ਆਓ ਸਭ ਤੋਂ ਪਹਿਲਾਂ ਅਸੀਂ ਕਰਦੇ ਹਾਂ ਅਲੀਨਾ ਜੀ ਦਾ ਰੇਡੀਓ ਖੁਸ਼ੀ ਤੇ ਸਵਾਗਤ, ਤੇ ਫਿਰ ਕਰਾਂਗੇ ਉਹਨਾਂ ਦੇ ਨਾਲ ਖੂਬ ਸਾਰੀਆਂ ਗੱਲਾਂ। ਤੇ ਅਲੀਨਾ ਧਮਾਨ, ਰੇਡੀਓ ਖੁਸ਼ੀ 90.4 FM ਤੇ ਤੁਹਾਡਾ ਸਵਾਗਤ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗਿਆਨੀ ਅੰਕਲ ਜੀ, ਬਹੁਤ ਬਹੁਤ ਸ਼ੁਕਰੀਆ ਮੈਨੂੰ ਇਹ ਓਪਰਚੁਨਿਟੀ ਦੇਣ ਵਾਸਤੇ, ਤੇ ਇੰਨੇ ਤੁਸੀਂ ਏਦਾਂ ਵਧੀਆ ਪਲੇਟਫਾਰਮ ਦੇ ਰਹੇ ਹੋ ਅੱਜ ਮੈਨੂੰ ਕਿ ਮੈਂ ਤੁਹਾਡੇ ਨਾਲ ਗੱਲ ਕਰ ਸਕਾਂ, ਜਾਂ ਤੁਸੀਂ ਮਤਲਬ ਮੈਨੂੰ ਏਡਾ ਵਧੀਆ ਸੁਨਹਿਰੀ ਮੌਕਾ ਦੇ ਰਿਹਾ। ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਮੇਰੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਰੇਡੀਓ ਖੁਸ਼ੀ ਜਿਹੜੀ ਉਹਦੀ ਸਾਰੀ ਹੀ ਟੀਮ ਨੂੰ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਵੈਲਕਮ ਬੇਟੇ। ਔਰ ਅਸਲ ਵਿੱਚ ਸਾਡਾ ਜਿਹੜਾ ਰੇਡੀਓ ਦਾ ਪਰਪਸ ਹੈ ਉਹ ਸਟੂਡੈਂਟ ਔਰ ਖਾਸ ਕਰਕੇ ਸਟੂਡੈਂਟਾਂ 'ਚੋਂ ਵੀ ਸਾਡੀਆਂ ਜੋ ਬੇਟੀਆਂ ਨੇ, ਸਾਡੀਆਂ ਜੋ ਭੈਣਾਂ ਨੇ, ਉਹਨਾਂ ਨੂੰ ਇਸ ਰੇਡੀਓ 'ਤੇ ਪ੍ਰੈਫਰ ਕਰਨਾ, ਔਰ ਉਹਨਾਂ ਦੇ ਵਾਸਤੇ ਹੀ ਇਹ ਰੇਡੀਓ ਹੈ ਤਾਂ ਕਿ ਸਾਡੀਆਂ ਬੇਟੀਆਂ ਆਪਣੀ ਆਵਾਜ਼ ਦੁਨੀਆ 'ਤੇ ਪਹੁੰਚਾ ਸਕਣ। ਕਿਉਂਕਿ ਸ਼ਾਇਦ ਤੁਹਾਨੂੰ ਵੀ ਲੱਗਦਾ ਹੋਏਗਾ ਕਿ ਮਰਦ ਪ੍ਰਧਾਨ ਸਮਾਜ ਦੇ ਵਿੱਚ ਔਰਤ ਦੀ ਆਵਾਜ਼ ਦਬਾਈ ਜਾਂਦੀ ਹੈ, ਔਰਤ ਦੀ ਮਰਜ਼ੀ ਪੁੱਛੀ ਨਹੀਂ ਜਾਂਦੀ। ਇੱਕ ਨਾ ਹੁਣੇ ਜੇ ਫਿਲਮ ਆਈ ਸੀ ਕਲੀ ਜੋਟਾ, ਸ਼ਾਇਦ ਤੁਸੀਂ ਦੇਖੀ ਹੋਵੇ, ਚਾਹੇ ਨਾ ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ। ਪੂਰੀ ਫਿਲਮ ਦੀ ਸਟੋਰੀ ਇਹੋ ਸੀ ਕਿ ਜਿਹੜੀ ਇੱਕ ਬੇਟੀ ਹੁੰਦੀ ਹੈ, ਜਿਹੜੀ ਇੱਕ ਔਰਤ ਹੁੰਦੀ ਹੈ, ਉਹਦੇ ਕੋਲ ਵੀ ਬਹੁਤ ਸਾਰੀਆਂ ਫੀਲਿੰਗਸ ਹੁੰਦੀਆਂ ਨੇ, ਉਹਦੇ ਕੋਲ ਵੀ ਚੰਗਾ ਮਾੜਾ ਸੋਚਣ ਦਾ ਤਜਰਬਾ ਹੁੰਦਾ, ਪਰ ਮਰਦ ਪ੍ਰਧਾਨ ਸਮਾਜ 'ਚ ਉਸ ਨੂੰ ਦਬਾ ਦਿੱਤਾ ਜਾਂਦਾ ਹੈ। ਤੇ ਸਾਡਾ ਜੋ ਰੇਡੀਓ ਦਾ ਪਰਪਸ ਹੈ ਉਹ ਇਹੀ ਹੈ ਕਿ ਆਪਣੀਆਂ ਬੇਟੀਆਂ ਦੀ ਆਵਾਜ਼ ਦੁਨੀਆ 'ਤੇ ਪਹੁੰਚਾਈ ਜਾਏ, ਕਿਉਂਕਿ ਉਹਨਾਂ ਨੂੰ ਕੋਈ ਕਿਸੇ ਵੀ ਜਗ੍ਹਾ 'ਤੇ ਪੁੱਛਦਾ ਹੀ ਨਹੀਂ ਹੈ। ਖਾਸ ਕਰਕੇ ਮੇਰੇ ਕੋਲ ਅਜੇ ਥੋੜ੍ਹੇ ਦਿਨ ਪਹਿਲੇ ਹੀ ਪੰਜਾਬ ਦੀ ਇੱਕ ਬੜੀ ਦੁਖਦਾਈ ਘਟਨਾ ਸਾਹਮਣੇ ਆਈ, ਜਿਹੜੀ ਘਟਨਾ ਨੇ ਮੈਨੂੰ ਦਿਲੋਂ ਹਿਲਾਉਣ ਕੇ ਰੱਖ ਦਿੱਤਾ। ਉਹ ਘਟਨਾ ਕੁਝ ਇਸ ਤਰ੍ਹਾਂ ਸੀ, ਸ਼ਾਇਦ ਸਾਰੇ ਪੰਜਾਬੀਆਂ ਨੂੰ ਪਤਾ ਹੋਵੇਗਾ ਕਿ ਇੱਕ ਬੇਟੀ ਨੂੰ ਸ਼ੱਕ ਕਰਕੇ ਹੀ ਉਸ ਦੇ ਬਾਪ ਨੇ ਮੋਟਰਸਾਈਕਲ ਦੇ ਪਿੱਛੇ ਬੰਨ੍ਹ ਕੇ ਉਦੋਂ ਤੱਕ ਆਪਣੇ ਪਿੰਡ 'ਚ ਧੋਇਆ ਜਦ ਤੱਕ ਉਹ ਬੇਟੀ ਮਰ ਨਹੀਂ ਗਈ, ਔਰ ਮਰਨ ਤੋਂ ਬਾਅਦ ਵੀ ਉਸ ਬੇਟੀ ਦੀ ਡੈੱਡ ਬੋਡੀ ਨੂੰ ਧੋਇਆ ਗਿਆ। ਤੇ ਜਿਹੜਾ ਮਰਦ ਪ੍ਰਧਾਨ ਸਮਾਜ ਹੈ ਉਸਨੇ ਬੇਟੀ ਦੀ ਕੋਈ ਗੱਲ ਨਹੀਂ ਸੁਣੀ, ਸਗੋਂ ਉਸ ਫਾਦਰ ਨੂੰ ਸ਼ਾਬਾਸ਼ ਦਿੱਤੀ ਕਿ ਸ਼ਾਬਾਸ਼ ਇਹ ਕੀਤਾ ਤੂੰ ਅਣਖ ਵਾਲਾ ਕੰਮ। ਔਰ ਮੈਂ ਬੇਟੇ ਸਭ ਤੋਂ ਪਹਿਲੇ ਤਾਂ ਇਹੀ ਜਾਣਨਾ ਚਾਹਾਂਗਾ ਕਿ ਇਹੋ ਜਿਹੀ ਜਿਹੜੀ ਅਣਖ ਹੁੰਦੀ ਹੈ, ਕੀ ਇਹ ਅਣਖ ਦੇ ਵਿੱਚ ਕਿੰਨੀਆਂ ਬੇਟੀਆਂ ਬਲੀ ਚੜ੍ਹ ਜਾਂਦੀਆਂ ਵਾ ਮਰਦਾਂ ਦੀ ਸਿਰਫ ਫੋਕੀ ਅਣਖ ਦੇ ਖਾਤਰ? ਤੁਸੀਂ ਇੱਕ ਰਾਈਟਰ ਹੋ, ਤੁਸੀਂ ਸਟੂਡੈਂਟ ਹੋ, ਨੋ ਡਾਊਟ ਮੇਰਾ ਸਵਾਲ ਥੋੜ੍ਹਾ ਜਿਹਾ ਸ਼ਾਇਦ ਮੁਸ਼ਕਲ ਵੀ ਹੋਵੇ, ਪਰ ਤੁਸੀਂ ਇਹਦੇ 'ਤੇ ਆਪਣੀ ਕੀ ਫੀਲਿੰਗ ਰੱਖਦੇ ਹੋ? ਜੇ ਇੱਕ ਪਾਸੇ ਨਿਰਭਇਆ ਮਰਦੀ ਹੈ ਤੇ ਨਿਰਭਇਆ ਦੇ ਮਰਨ 'ਤੇ ਅਸੀਂ ਫਾਂਸੀ ਦੀ ਮੰਗ ਕਰਦੇ ਹਾਂ, ਅਸੀਂ ਮੋਮਬੱਤੀਆਂ ਜਗਾਉਂਦੇ ਹਾਂ, ਪਰ ਜਦੋਂ ਸਾਡੇ ਹੀ ਪਿੰਡ ਦੇ ਵਿੱਚ ਕੋਈ ਨਿਰਭਇਆ ਇਸ ਤਰ੍ਹਾਂ ਮੋਟਰਸਾਈਕਲ ਦੇ ਪਿੱਛੇ ਬੰਨ੍ਹ ਕੇ ਧੋਈ ਜਾਂਦੀ ਹੈ, ਤੇ ਵਾਟ ਇਜ਼ ਦਾ ਫੀਲਿੰਗ ਆਫ ਯਾਰ ਫੋਰ ਅਸ ਐਜ਼ ਅ ਸਟੂਡੈਂਟ, ਐਜ਼ ਅ ਰਾਈਟਰ, ਐਜ਼ ਅ ਪੋਇਟਰੀ? ਜੀ ਬਿਲਕੁਲ। ਇਹ ਜੋ ਵੀ ਮਤਲਬ ਤੁਸੀਂ ਘਟਨਾ ਸਾਨੂੰ ਦੱਸ ਰਹੇ ਹੋ, ਮਤਲਬ ਅਸੀਂ ਸਾਰਿਆਂ ਨੇ ਦੇਖੀ, ਤੇ ਇਸ ਚੀਜ਼ ਨੂੰ ਅਸੀਂ ਇਹਦੀ ਪੀੜ, ਮਤਲਬ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਕੁੜੀ ਜਾਂ ਕੋਈ ਵੀ ਬੇਟੀ ਆ ਉਹ ਫੀਲ ਨਹੀਂ ਕਰਦੀ ਹੋਊਗੀ ਕਿ ਆਖਰ ਏਡਾ ਵੀ ਕੀ ਮੈਂ ਜ਼ੁਲਮ ਕਰਦਾ, ਕਿ ਮੈਂ ਇਨਸਾਨ ਨਹੀਂ। ਜੇ ਮਤਲਬ ਬਾਕੀ ਮਰਦ ਨੂੰ ਜਾਂ ਬॉयਜ਼ ਨੂੰ ਕਹਿ ਲਓ ਕਿ ਸਾਰੀ ਚੀਜ਼ ਅਲਾਉਡ ਹੈਗੀ ਆ, ਤੇ ਫਿਰ ਏਡੀਆਂ ਕਿੱਡੀਆਂ ਅਣਖਾਂ ਤੁਹਾਡੀਆਂ ਜਾਗ ਜਾਂਦੀਆਂ ਹੈ ਕਿ ਜਿੱਥੇ ਤੁਸੀਂ ਕਰੂਅਲਤਾ ਦੀ, ਜਿਵੇਂ ਆਪਾਂ ਕਹਿੰਦੇ ਹਾਂ ਕਿ ਹੱਦ ਹੀ ਟੱਪ ਜਾਂਦੇ ਹੋ ਤੁਸੀਂ। ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੁਛ ਇਹਨਾਂ ਨੇ ਸਹੀ ਕੀਤਾ ਹੋਊਗਾ। ਜੋ ਮਣੀਪੁਰ ਦੀ ਘਟਨਾ, ਮੰਦਭਾਗੀ ਘਟਨਾ ਆਪਣੇ ਸਾਰਿਆਂ ਦੇ ਸਾਹਮਣੇ ਆਈ ਸੀ, ਤੇ ਉਹਨੇ ਵੀ ਤੇ ਆਪਾਂ ਨੂੰ ਸਾਰਿਆਂ ਨੂੰ ਗੂਸਬੰਪ ਦਿੱਤੇ ਸੀ। ਉਹ ਵੀ ਤੇ ਆਪਾਂ ਸਾਰੇ ਉਸ ਮਤਲਬ ਜਿਹੜੀ ਮੰਦਭਾਗੀ ਘਟਨਾ ਆ ਉਹਦੇ ਤੋਂ ਵੀ ਤਾਂ ਆਪਾਂ ਸਾਰੇ ਜਾਣੇ, ਆਪਾਂ ਹਰੇਕ ਦੇ ਮੂੰਹ ਚੋਂ ਇਹ ਨਿਕਲ ਰਿਹਾ ਸੀ
ਕਿ ਵਾਹਿਗੁਰੂ ਇੰਨੀ ਮਾੜੀ, ਇੰਨੀ ਘਿਲਾਉਣੀ ਘਟਨਾ, ਤੇ ਉਦੋਂ ਆਪਾਂ ਕਹਿ ਰਹੇ ਸੀ ਦੋਸ਼ੀਆਂ ਨੂੰ ਸਜ਼ਾ ਚਾਹੀਦੀ ਆ, ਇਹਨਾਂ ਦੋਸ਼ੀਆਂ ਨੂੰ ਚਰਾਹੇ ਖੜਾ ਕਰਕੇ ਨਾ ਤੇ ਮਾਰ ਦੇਣਾ ਚਾਹੀਦਾ, ਗੋਲੀ ਮਾਰ ਦੇਣੀ ਚਾਹੀਦੀ ਹੈ। ਤੇ ਫਿਰ ਹੁਣ ਇਸ ਪਿਤਾ ਨੂੰ ਵੀ ਉਹੀ, ਮੇਰੇ ਅਕੋਰਡਿੰਗਲੀ ਤਾਂ ਉਹੀ ਬਣਦਾ, ਕਿਉਂਕਿ ਜੇ ਪਿਤਾ ਹੋ ਕੇ ਕਿੱਦਾਂ ਐਵੇਂ ਕੀਤਾ ਜਾ ਸਕਦਾ ਆ। ਇੱਕ ਤਾਂ ਉਸ ਬੇਟੀ ਨਾਲ ਅਟੈਚਮੈਂਟ, ਫੀਲਿੰਗਸ ਉਹਦੀ ਆਪਦੀ ਹੀ ਜੁੜੀ ਹੋਈ ਆ ਜੀ। ਜਦੋਂ ਦੂਸਰਾ ਕਰੇ ਤੇ ਫਿਰ ਅਸੀਂ ਮਤਲਬ ਚਾਹੁੰਦੇ ਹਾਂ ਕਿ ਉਹਨੂੰ ਸਜ਼ਾ ਮਿਲੇ, ਤੇ ਜਦੋਂ ਅਸੀਂ ਆਪ ਹੀ ਆਪਦੀਆਂ ਬੇਟੀਆਂ ਨੂੰ ਹੀ ਨਹੀਂ ਬਖਸ਼ਦੇ, ਫਿਰ ਅਸੀਂ ਦੂਸਰੇ ਤੋਂ ਕਿੱਦਾਂ ਮਤਲਬ ਇਸ ਇਨਸਾਫ ਦੀ ਜਾਂ ਕਿੱਦਾਂ ਨਰਮ ਮਤਲਬ ਉਹ ਨਰਮ ਰਹਿਣ ਸਾਡੀਆਂ ਬੇਟੀਆਂ ਨਾਲ, ਇਸ ਦੀ ਉਮੀਦ ਕਿੱਦਾਂ ਕਰ ਸਕਦੇ ਹਾਂ? ਇਹ ਸਭ ਤੋਂ ਵੱਡਾ ਸਵਾਲ ਇਹੀ ਹੈ। ਔਰ ਮੈਂ ਦੇਖ ਰਿਹਾ ਹਾਂ ਕਿ ਅੱਜ ਇਸ ਵਿਸ਼ੇ ਦੇ ਉੱਪਰ ਸ਼ਾਇਦ ਮੈਨੂੰ ਐਵੇਂ ਲੱਗਦਾ ਹੈ ਕਿ ਹੋਰ ਤਾਂ ਸ਼ਾਇਦ ਕੋਈ ਬੋਲਿਆ ਹੈ, ਪਰ ਪੰਜਾਬੀ ਖਾਸ ਕਰਕੇ ਮੈਨੂੰ ਮੀਡੀਆ 'ਤੇ ਬੜੇ ਚੁੱਪ ਦਿਸ ਰਹੇ ਆ। ਪੰਜਾਬੀਆਂ ਦਾ ਕੋਈ ਇਸ 'ਤੇ ਪ੍ਰਤੀਕਰਮ ਨਹੀਂ ਆ ਰਿਹਾ। ਮੈਂ ਸਗੋਂ ਇਸ 'ਤੇ 1-2 ਪੋਸਟਾਂ ਪਾਈਆਂ, ਅਤੇ ਜੋ ਪ੍ਰਤੀਕਰਮ ਆਏ ਉਹਨਾਂ ਦੇ ਇਹ ਆਏ ਕਿ ਜੇ ਤੁਹਾਡੀ ਬੇਟੀ ਵੀ ਇਸ ਤਰ੍ਹਾਂ ਦਾ ਕੰਮ ਕਰਦੀ ਤਾਂ ਤੁਸੀਂ ਕੀ ਕਰਦੇ ਹੋ? ਅਤੇ ਮੈਂ ਕਿਹਾ ਮੇਰੀ ਬੇਟੀ ਨੂੰ ਆਪਣੀ ਜ਼ਿੰਦਗੀ ਜਿਉਣ ਦਾ ਪੂਰਾ ਹੱਕ ਹੈ। ਮੇਰੀ ਬੇਟੀ ਹੈ ਜਿਹੜੀ ਉਹ ਮਤਲਬ ਕਿ ਇਹ ਜਾਣ ਸਕਦੀ ਹੈ, ਸਮਝ ਸਕਦੀ ਹੈ, ਔਰ ਮੈਂ ਉਸ ਬੇਟੀ ਦਾ ਬਾਪ ਹਾਂ। ਉਹ ਮੇਰੀ ਕੋਈ ਪ੍ਰੋਪਰਟੀ ਨਹੀਂ, ਪਰਮਾਤਮਾ ਨੇ ਮੇਰੇ ਘਰ ਭੇਜਿਆ ਹੋਇਆ ਜੀਵ ਹੈ। ਅਤੇ ਇਹ ਚੀਜ਼ਾਂ ਅੱਜ ਕੱਲ੍ਹ ਸਾਡੇ ਸਮਾਜ ਵਿੱਚ, ਕਿਉਂਕਿ ਕੀ ਤੁਹਾਡੀਆਂ ਇਹੋ ਜਿਹੀਆਂ ਜਿਹੜੀਆਂ ਸੰਵੇਦਨਾਵਾਂ 'ਤੇ ਅਲੀਨਾ ਤੁਸੀਂ ਲਿਖਦੇ ਹੋ, ਕਿਉਂਕਿ ਤੁਸੀਂ ਇੱਕ ਕਵਿੱਤਰੀ ਹੋ, ਅਤੇ ਮੈਨੂੰ ਇਸ ਜਗ੍ਹਾ ਕਵਿੱਤਰੀ ਹੋਣ ਦੇ ਨਾਤੇ ਸ਼ਾਇਦ ਤੁਸੀਂ ਕਿਤੇ ਅੱਜ ਜਿਸ ਤਰ੍ਹਾਂ ਨਾ ਆਜ਼ਾਦੀ ਦਾ ਦਿਨ ਵੀ ਹੈ, ਇਹਨੂੰ ਅਸੀਂ ਆਜ਼ਾਦੀ ਦਾ ਦਿਨ ਵੀ ਕਹਿੰਦੇ ਹਾਂ ਅਤੇ ਇਸ ਨੂੰ ਅਸੀਂ ਬਰਬਾਦੀ ਦਾ ਦਿਨ ਵੀ ਕਹਿੰਦੇ ਹਾਂ। ਆਜ਼ਾਦੀ ਦਾ ਇਸ ਕਰਕੇ ਅੰਗਰੇਜ਼ਾਂ ਤੋਂ ਅਸੀਂ ਆਜ਼ਾਦ ਹੋਏ ਸੀ, ਅਤੇ ਬਰਬਾਦੀ ਦਾ ਦਿਨ ਇਸ ਕਰਕੇ ਕਿ ਇਸ ਦਿਨ ਸਾਡੀਆਂ ਲੱਖਾਂ ਧੀਆਂ, ਲੱਖਾਂ ਭੈਣਾਂ ਜਿਹੜੀਆਂ ਉਹ ਸਾਡੀਆਂ ਨੇ ਮਰੀਆਂ ਸੀ, ਜਾਂ ਉਹਨਾਂ ਦੀ ਇੱਜ਼ਤਾਂ ਲੁੱਟੀਆਂ ਗਈਆਂ ਸੀ। ਜੋ ਕੁਝ 1947 'ਚ ਹੋਇਆ ਤੁਸੀਂ ਜ਼ਰੂਰ ਪੜ੍ਹਿਆ ਹੋਵੇਗਾ। ਉਹਦੇ 'ਤੇ ਅੰਮ੍ਰਿਤਾ ਪ੍ਰੀਤਮ ਨੇ ਆਵਾਜ਼ ਉਠਾਈ ਸੀ। ਉਸਨੇ ਵਾਰਿਸ ਸ਼ਾਹ ਨੂੰ ਇੱਕ ਉਲਾਂਭਾ ਦਿੱਤਾ ਸੀ। ਉਹਦਾ ਉਲਾਂਭਾ ਸੀਗਾ ਕਿ ਇੱਕ ਮੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ। ਤੇ ਇਹ ਸਾਰੀ ਦੀ ਸਾਰੀ ਸੰਵੇਦਨਾ ਤੁਹਾਡੀ, ਇੱਕ ਮੈਂ ਕਵਿਤਾ ਆਜ਼ਾਦੀ ਹੈ ਜਿਹੜੀ ਉਹ ਵੀ ਦੇਖ ਰਿਹਾ ਸੀਗਾ। ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ, ਕੀ ਕਹਿਣਾ ਚਾਹੋਗੇ? ਜੀ ਮੈਂ ਵੀ ਬਿਲਕੁਲ, ਮੈਨੂੰ ਇਹ ਨਹੀਂ ਲੱਗਦਾ ਕਿ ਅਸੀਂ ਆਜ਼ਾਦੀ ਵਾਲੇ ਦਿਨ ਵੀ ਸਾਨੂੰ ਆਜ਼ਾਦੀ ਦਿਵਸ ਮਨਾਉਣਾ ਚਾਹੀਦਾ ਆ। ਮੈਨੂੰ ਨਹੀਂ ਲੱਗਦਾ, ਕਿਉਂਕਿ ਜਦੋਂ ਲੱਖਾਂ ਘਰ ਉਜਾੜੇ ਗਏ ਹੋਣ, ਜਿੱਥੇ ਲੱਖਾਂ ਜਦੋਂ ਮਾਸੂਮ ਬੱਚੇ ਜਾਂ ਮਤਲਬ ਜਿਹੜੀਆਂ ਲੇਡੀਜ਼ ਆ ਉਹਨਾਂ ਨਾਲ ਰੇਪ ਹੀ ਹੋਇਆ, ਬਲਾਤਕਾਰ ਹੋਇਆ ਉਹਨਾਂ ਨਾਲ, ਠੀਕ ਹੈ, ਉਹਨਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ, ਘਰੋਂ ਬੇਘਰ ਹੋਏ ਅਸੀਂ ਸਾਰਿਆਂ ਨੇ, ਖੂਨ ਖਰਾਬਾ ਇੰਨਾ ਹੋਇਆ। ਤੇ ਮੇਰਾ ਤਾਂ ਇਹ ਸਵਾਲ ਹੈ ਵੈਸੇ ਸਾਰਿਆਂ ਨੂੰ ਕਿ ਕਿਸ ਖੁਸ਼ੀ ਵਿੱਚ ਅਸੀਂ ਆਜ਼ਾਦੀ ਮਨਾ ਰਹੇ? ਇਹ ਖੁਸ਼ੀ ਸੀ ਸਾਨੂੰ ਕਿ ਇੰਨੇ ਲੱਖਾਂ ਘਰ ਮਤਲਬ ਕਿ ਉਜੜੇ ਜਦੋਂ, ਤੇ ਜਾਂ ਫਿਰ ਇੰਨੇ ਜੋ ਵੀ ਕੁਛ ਹੋਇਆ, ਮਾਰ ਧਾੜ ਹੋਈ? ਮੈਨੂੰ ਨਹੀਂ ਲੱਗਦਾ ਕਿ ਮੈਂ ਇਸ ਚੀਜ਼ ਦੇ ਵਿੱਚ ਹੱਕ 'ਚ ਹਾਂ ਕਿ ਮੈਂ ਕਿਸੇ ਨੂੰ ਹੈਪੀ ਇੰਡੀਪੈਂਡੈਂਸ ਡੇ ਕਹਿ ਸਕਾਂ। ਵੈਸੇ ਵੀ ਅੰਕਲ ਤੁਸੀਂ ਹੁਣ ਵੀ ਆਪਣੇ ਸਾਹਮਣੇ ਇਹੀ ਆ ਰਿਹਾ ਕਿ ਜਿਹੜੀ ਇੱਕ ਘਟਨਾ ਤੁਸੀਂ ਸਾਂਝੀ ਕੀਤੀ ਇਹ, ਤੇ ਕਈ ਹੋਰ ਘਟਨਾਵਾਂ ਆਪਣੇ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ, ਦਿਨ ਬ ਦਿਨ ਆਪਾਂ ਦੇਖਦੇ ਪੜ੍ਹਦੇ ਸੁਣਦੇ ਆ ਕਿ ਸਾਡੇ ਸਮਾਜ ਵਿੱਚ ਕੀ ਕੁਝ ਹੋਈ ਜਾਂਦਾ। ਕਦੇ ਬਲਾਤਕਾਰ ਦੀ ਖਬਰ ਆ ਗਈ, ਕਦੇ ਭਰਾ ਨੇ ਭਰਾ ਨੂੰ ਜ਼ਮੀਨ ਲਈ ਮਾਰ ਦਿੱਤਾ, ਕਦੇ ਕੁਛ ਹੋ ਗਿਆ। ਇਹ ਕਾਹਦੀਆਂ ਆਜ਼ਾਦੀਆਂ ਨੇ ਜੇ ਕਿਸੇ ਨੂੰ ਆਪਣੀ ਜ਼ਿੰਦਗੀ ਜਿਉਣ ਦਾ ਤੁਸੀਂ ਦੇ ਹੀ ਨਹੀਂ ਸਕਦੇ ਹੈ ਨਾ ਉਹਨੂੰ। ਤਾਂ ਮੈਂ ਉਹ ਰਚਨਾ ਸਾਂਝੀ ਕਰਨਾ ਚਾਹੂੰਗੀ ਹਿੰਦੁਸਤਾਨ, ਮਤਲਬ ਕਿ ਇਹੀ ਆਜ਼ਾਦੀ ਜਿਹੜੀ ਅਸੀਂ ਮਨਾ ਰਹੇ ਅੱਜ, ਜੇ ਤੁਸੀਂ ਇਜਾਜ਼ਤ ਦਿਓ ਤਾਂ। ਬਿਲਕੁਲ ਬਿਲਕੁਲ ਜੀ, ਬਿਲਕੁਲ। ਹਾਂਜੀ ਜੀ, ਮੇਰੀ ਨਜ਼ਰ 'ਚ ਆਜ਼ਾਦੀ ਦਾ ਮਤਲਬ ਮੈਂ ਇਹੀ ਕਹਾਂਗੀ ਕਿ ਇਹੀ ਆਜ਼ਾਦੀ ਹੈ। ਆਸਾਂ ਦੀ ਬੇੜੀ ਡੁੱਬ ਰਹੀ, ਹਰ ਪਾਸੇ ਕੋਰੀ ਸ਼ਾਮ ਹੈ। ਆਸਾਂ ਦੀ ਬੇੜੀ ਡੁੱਬ ਰਹੀ, ਹਰ ਪਾਸੇ ਕੋਰੀ ਸ਼ਾਮ ਹੈ। ਸਵੇਰਾ ਨਹੀਂ ਦਿਸਦਾ, ਚਾਨਣ ਦਾ ਨਿਸ਼ਾਨ ਨਹੀਂ ਦਿਸਦਾ। ਜੋ ਦਰਦਾਂ ਨੂੰ ਸੁਣ ਸਕੇ, ਜੋ ਦਰਦਾਂ ਨੂੰ ਸੁਣ ਸਕੇ, ਇੱਕ ਇੱਕ ਪੀੜ ਨੂੰ ਚੁਣ ਸਕੇ। ਮੈਨੂੰ ਇਨਸਾਨੀ ਬਸਤੀ ਵਿੱਚ ਤਾਂ ਕੋਈ ਇਨਸਾਨ ਨਹੀਂ ਦਿਸਦਾ। ਮੈਨੂੰ ਇਨਸਾਨੀ ਬਸਤੀ ਵਿੱਚ ਕੋਈ ਇਨਸਾਨ ਨਹੀਂ ਦਿਸਦਾ। ਜੀ
ਵਾਕਿਆ ਹੀ ਬਹੁਤ ਵਧੀਆ ਤੁਸੀਂ ਇਹ ਤੱਕ ਗੱਲ ਕਹੀ। ਢੋਂਦੇ ਰਹਾਂਗੇ, ਥੈਂਕ ਯੂ ਜੀ। ਕਦ ਤੱਕ ਢੋਂਦੇ ਰਹਾਂਗੇ ਦਰਦਾਂ ਦੀਆਂ ਲੋਥਾਂ ਨੂੰ, ਆਪਣੇ ਹੀ ਵਰਖਲਾਪ ਕਰਕੇ ਖੁਦ ਆਪਣੇ ਲੋਕਾਂ ਨੂੰ, ਆਪਣੇ ਹੀ ਵਰਖਲਾਪ ਕਰਕੇ ਖੁਦ ਆਪਣੇ ਲੋਕਾਂ ਨੂੰ। ਹੈ ਹੈਰਾਨੀ ਵਤਨ ਦਾ ਹੋ ਕੇ, ਹੈ ਹੈਰਾਨੀ ਵਤਨ ਦਾ ਹੋ ਕੇ ਕਿਉਂ ਹਿੰਦੁਸਤਾਨ ਨਹੀਂ ਦਿਸਦਾ। ਬਹੁਤ ਵਧੀਆ। बहुत शुक्रिया। है के ही मजहबी नफरत, है के ही मजहबी नफरत, है के हा मजहबी पागलपन, है के ही मजहबी नफरत, है के हा मजहबी पागलपन। जला के बस्ती फिर भी तेनू खुद ਲਈ ਸ਼ਮਸ਼ਾਨ ਨਹੀਂ ਦਿਸਦਾ, ਕਿ ਜਲਾ ਕੇ ਬਸਤੀ ਫਿਰ ਵੀ ਤੈਨੂੰ ਖੁਦ ਲਈ ਸ਼ਮਸ਼ਾਨ ਨਹੀਂ ਦਿਸਦਾ। ਤੇ ਧਰਮ ਦੇ ਪੈਰੋਕਾਰ ਆਖਣ ਨਾਸਤਕ ਮੈਨੂੰ, ਇਹ ਧਰਮ ਦੇ ਪੈਰੋਕਾਰ ਆਖਣ ਨਾਸਤਿਕ ਮੈਨੂੰ, ਕਿ ਮੈਨੂੰ ਕੋਈ ਹਿੰਦੂ ਸਿੱਖ ਈਸਾਈ ਕੋਈ ਮੁਸਲਮਾਨ ਨਹੀਂ ਦਿਸਦਾ, ਕਿ ਮੈਨੂੰ ਕੋਈ ਹਿੰਦੂ ਕੋਈ ਸਿੱਖ ਈਸਾਈ ਕੋਈ ਮੁਸਲਮਾਨ ਨਹੀਂ ਦਿਸਦਾ। ਭੜਕੀ ਭੀੜ ਚ ਅਲੀਨਾ ਬੰਦਾ ਕੋਈ ਸੂਝਵਾਨ ਨਹੀਂ ਦਿਸਦਾ, ਕਿ ਭੜਕੀ ਭੀੜ ਵਿੱਚ ਅਲੀਨਾ ਕੋਈ ਬੰਦਾ ਸੂਝਵਾਨ ਨਹੀਂ ਦਿਸਦਾ। ਵਾਕਿਆ ਹੀ ਤੁਸੀਂ ਇੰਨੀ ਵਧੀਆ ਕਵਿਤਾ, ਕਿਉਂਕਿ ਮੇਰੇ ਇਹ ਕਵਿਤਾ ਜਿਹੜੀ ਦਿਲ ਨੂੰ ਛੂ ਗਈ ਹੈ। ਕਾਰਨ ਇਹ ਹੈ ਇਸ ਕਵਿਤਾ ਦੇ ਵਿੱਚ ਤੁਸੀਂ ਅੱਜ ਦਾ ਪੂਰੇ ਦੀ ਪੂਰੀ ਸੱਚਾਈ ਬਿਆਨ ਕਰ ਦਿੱਤੀ ਹੈ। ਇਸ ਜਗ੍ਹਾ ਤੇ ਹਿੰਦੂ ਬਹੁਤ ਨੇ, ਮੁਸਲਮਾਨ ਬਹੁਤ ਨੇ, ਸਾਰੇ ਬਹੁਤ ਹੈ, ਪਰ ਇਨਸਾਨ ਰੀਅਲੀ ਕੋਈ ਨਹੀਂ ਦਿਸਦਾ। ਧਰਮ ਦੇ ਨਾਂ ਤੇ ਲੜਨ ਵਾਲਿਆਂ ਦਾ ਕੋਈ ਘਾਟਾ ਨਹੀਂ, ਧਰਮ ਦੇ ਨਾਂ ਤੇ ਗੁੰਡਾਗਰਦੀ ਕਰਨ ਵਾਲਿਆਂ ਦਾ ਕੋਈ ਘਾਟਾ ਨਹੀਂ। ਔਰ ਮੇਰੇ ਖਿਆਲ 'ਚ ਅੱਜ ਦਾ ਜਿਹੜਾ ਸਮਾਂ ਹੈ, ਉਸ ਸਮੇਂ ਦੇ ਵਿੱਚ ਅਸੀਂ ਇਹ ਕਹਿ ਲਈਏ ਕਿ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਮਾਨਵਤਾ ਦੇ ਮੱਥੇ 'ਤੇ ਕਲੰਕ ਹੈ। ਔਰ ਇੱਥੋਂ ਤੱਕ ਮੈਨੂੰ ਉਦੋਂ ਤੇ ਹੈਰਾਨੀ ਆਉਂਦੀ ਹੈ, ਕਿਉਂਕਿ ਅੱਜ ਮੈਂ ਇੱਕ ਬੇਟੀ ਦੇ ਨਾਲ ਬੋਲ ਰਿਹਾ ਲਿਸਨਰਸ, ਔਰ ਮੈਂ ਆਪਣੀਆਂ ਬੇਟੀਆਂ ਦੀ ਫੁੱਲ ਵਕਾਲਤ ਕਰਦਾ। ਉਹਦੇ ਲਈ ਕੁਛ ਵੀ ਹੋ ਜਾਏ, ਮੈਂ ਇਹੋ ਜਿਹੇ ਉਦੋਂ ਅਸੀਂ ਗੱਲ ਕਰੀਏ, ਤੁਸੀਂ ਸ਼ਾਇਦ ਉਸ ਵੇਲੇ ਦੇ ਦਰਦਨਾਕ ਮੰਜ਼ਰਾਂ 'ਤੇ ਬਣੀਆਂ ਫਿਲਮਾਂ ਦੇਖੀਆਂ ਹੋਣਗੀਆਂ, ਜਿਨ੍ਹਾਂ ਵਿੱਚ ਗੁਰਦਾਸ ਮਾਨ ਦੀ ਫਿਲਮ ਸ਼ਹੀਦੇ ਮੁਹੱਬਤ ਬੂਟਾ ਸਿੰਘ, ਉਸ ਤੋਂ ਬਾਅਦ ਅੰਮ੍ਰਿਤਾ ਪ੍ਰੀਤਮ ਦੇ ਨਾਵਲ 'ਤੇ ਬਣੀ ਹੋਈ ਫਿਲਮ ਸੀ ਜਿਹੜੀ ਪਿੰਜਰ, ਔਰ ਖੁਸ਼ਵੰਤ ਸਿੰਘ ਦੀ ਫਿਲਮ ਸੀ ਜਿਹੜੀ ਟ੍ਰੇਨ ਟੂ ਪਾਕਿਸਤਾਨ, ਔਰ ਸੰਨੀ ਦਿਓਲ ਦੀ ਫਿਲਮ ਗਦਰ। ਇਹਨਾਂ ਫਿਲਮਾਂ ਨੇ ਇਹ ਦੱਸ ਦਿੱਤਾ ਸੀ ਕਿ ਅਸੀਂ ਹਿੰਦੂ ਮੁਸਲਮਾਨ ਸਿੱਖ ਬਣ ਕੇ ਕਿਹੋ ਜਿਹੀਆਂ ਅਸੀਂ ਕਾਲੀਆਂ ਗੰਦੀਆਂ ਭੈੜੀਆਂ ਕਰਤੂਤਾਂ ਉਸ ਸਮੇਂ ਕੀਤੀਆਂ ਸੀ। ਪਰ ਅੱਜ ਉਹੀ ਕਰਤੂਤਾਂ ਅਸੀਂ ਆਪਣੇ ਘਰਾਂ ਦੇ ਵਿੱਚ ਕਰ ਰਹੇ ਹਾਂ। ਕਿਹੋ ਜਿਹੀ ਆਜ਼ਾਦੀ ਹੈ, ਔਰ ਅਸੀਂ ਆਪਣੀਆਂ ਧੀਆਂ ਨੂੰ, ਆਪਣੀਆਂ ਬੇਟੀਆਂ ਨੂੰ ਕਦੋਂ ਆਜ਼ਾਦੀ ਦੇਵਾਂਗੇ? ਔਰ ਖਾਸ ਕਰਕੇ ਸਾਡਾ ਦੇਸ਼ ਉਦੋਂ ਆਜ਼ਾਦ ਹੋਵੇਗਾ ਜਦੋਂ ਸਾਡੇ ਦੇਸ਼ ਦੀਆਂ ਧੀਆਂ ਬੇਟੀਆਂ ਆਜ਼ਾਦ ਫਿਜ਼ਾ ਦੇ ਵਿੱਚ ਘੁੰਮ ਸਕਣਗੀਆਂ, ਉਹਨਾਂ ਦੇ ਨਾਮ ਲੈ ਕੇ ਗਾਲਾਂ ਨਹੀਂ ਕੱਢੀਆਂ ਜਾਣਗੀਆਂ। ਔਰ ਇਸ ਦੇ ਨਾਲ ਨਾਲ ਹੀ ਅਸੀਂ ਹੁਣ ਅਲੀਨਾ ਥੋੜ੍ਹਾ ਤੁਹਾਡੇ ਲਾਈਫ ਦੇ ਸਫ਼ਰ ਵੱਲ ਚੱਲਦੇ ਹਾਂ, ਕਿਉਂਕਿ ਇਹ ਤਾਂ ਸਾਡੀਆਂ ਸੀ ਇੱਕ ਭਾਵਨਾਵਾਂ, ਇੱਕ ਸਾਡੇ ਮਤਲਬ ਕਿ ਜੋ ਫੀਲਿੰਗਸ ਸੀਗੀਆਂ ਵਿਚ ਆਈ ਵੁੱਡ ਲਾਈਕ ਸ਼ੇਅਰ ਵਿਦ ਦਾ ਆਰ ਲਿਸਨਰਸ। ਅਤੇ ਹੁਣ ਇਸ ਤੋਂ ਅੱਗੇ ਅਸੀਂ ਗੱਲ ਕਰਦੇ ਹਾਂ ਕਿ ਸਭ ਤੋਂ ਪਹਿਲੇ ਤਾਂ ਤੁਸੀਂ ਆਪਣਾ ਇਹ ਦੱਸੋ ਕਿ ਤੁਹਾਡਾ ਇਹ ਸਾਹਿਤਕ ਸਫ਼ਰ ਕਦੋਂ ਅਤੇ ਕਿਵੇਂ ਸ਼ੁਰੂ ਹੋਇਆ, ਜਿਹੜਾ ਤੁਸੀਂ ਲਿਖਣਾ ਸਟਾਰਟ ਕੀਤਾ? ਕਿੱਥੇ ਰਹਿੰਦੇ, ਕਿਸ ਕਲਾਸ 'ਚ ਪੜ੍ਹਦੇ ਹੋ, ਕੀ ਕਰ ਰਹੇ ਹੋ? ਥੋੜ੍ਹਾ ਜਿਹਾ ਆਪਣੇ ਬਾਰੇ 'ਚ ਵੀ ਸਾਡੇ ਲਿਸਨਰਸ ਨੂੰ ਦੱਸੋ ਜੀ। ਜੀ ਹਾਂਜੀ, ਤੇ ਪਹਿਲਾਂ ਅੰਕਲ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੇਰੀਆਂ ਰਚਨਾਵਾਂ ਨੂੰ ਇੰਨਾ ਪਸੰਦ ਕੀਤਾ, ਤੁਹਾਡੇ ਦਿਲ ਨੂੰ ਛੂ ਗਈਆਂ ਨੇ ਉਹ ਰਚਨਾਵਾਂ, ਇਸ ਲਈ ਬਹੁਤ ਬਹੁਤ ਸ਼ੁਕਰੀਆ। ਤੇ ਦੂਸਰਾ, ਮੈਂ ਤੁਹਾਡੇ ਕੁਐਸਚਨ ਦਾ ਇਹ ਜਵਾਬ ਦੇਵਾਂਗੀ ਕਿ ਸਾਹਿਤਕ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ, ਫਸਟ ਕਵਿਤਾ ਮੈਨੂੰ ਵੀ ਨਹੀਂ ਪਤਾ ਸੀ ਕਿ ਮੇਰੇ ਵਿੱਚ ਕੋਈ ਰਾਈਟਰ ਹੈ। ਬਿਲਕੁਲ। ਤਾਂ ਮਤਲਬ ਮੈਨੂੰ 8th ਕਲਾਸ ਦਾ ਮਤਲਬ ਇੱਕ ਫੰਕਸ਼ਨ ਸੀ 15 ਅਗਸਤ ਦਾ ਹੀ, ਤੇ ਉਦੋਂ ਅਸੀਂ ਸਾਰੇ ਇੱਥੇ ਮੋਗੇ ਦੇ ਵਿੱਚ ਆਉਂਦੇ ਹੁੰਦੇ ਸੀ, ਗੁਰੂ ਨਾਨਕ ਕਾਲਜ ਦੇ ਵਿੱਚ ਫੰਕਸ਼ਨ ਹੁੰਦਾ ਸੀ ਇਹ। ਤੇ ਮੈਂ ਇੱਕ ਕਵਿਤਾ ਲਿਖੀ ਸੀ ਜਿਹੜੀ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਉੱਪਰ ਲਿਖੀ ਹੋਈ ਸੀ। ਤਾਂ ਮੈਨੂੰ ਮੈਮ ਨੇ ਕਿਹਾ ਕਿ ਤੂੰ ਸਟੇਜ ਦੇ ਉੱਪਰ ਉਹ ਬੋਲਣੀ ਆ। ਮੈਂ ਉਹ ਮੇਰੀ ਫਸਟ ਕਵਿਤਾ ਸੀ, ਬਟ ਉਹ ਮੇਰੇ ਤੋਂ ਗੁੰਮ ਵੀ ਹੋ ਗਈ, ਕਿਉਂਕਿ ਉਦੋਂ ਬਾਲ ਬੁੱਧੀ ਕਹਿ ਲਓ ਕਿ ਮੈਂ ਪੇਜ ਤੇ ਲਿਖੀ ਸੀ ਤੇ ਪੇਜ ਪਤਾ ਨਹੀਂ ਕਿੱਥੇ ਗਵਾਚ ਗਿਆ।
ਤੇ ਉਸ ਤੋਂ ਬਾਅਦ ਫਿਰ ਮੈਂ ਉਹਨੂੰ ਦੁਬਾਰਾ ਲਿਖਣ ਦੀ ਕੋਸ਼ਿਸ਼ ਵੀ ਨਹੀਂ ਕੀਤੀ, ਕਿਉਂਕਿ ਜਿਹੜੀ ਪੋਇਮ ਆਪਣੇ ਆਪ ਧੁਰੋਂ ਲਿਖੀ ਜਾਣੀ ਹੈ ਉਹਦੀ ਗੱਲ ਕੁਝ ਹੋਰ ਹੁੰਦੀ ਹੈ, ਜਿਹੜੀ ਬਣਾ ਕੇ ਲਿਖੀ ਜਾਵੇ ਉਹਦੀ ਗੱਲ ਕੁਝ ਹੋਰ ਹੁੰਦੀ ਹੈ ਜੀ। ਤੇ ਮੈਂ ਇਸ ਵਕਤ ਫਿਰ ਉਸ ਤੋਂ ਬਾਅਦ ਮੈਨੂੰ ਮੈਮ ਕਹਿੰਦੇ ਕਿ ਜਦੋਂ ਇੰਨਾ ਵਧੀਆ, ਮੈਨੂੰ ਉੱਥੇ ਫਸਟ ਪ੍ਰਾਈਜ਼ ਮਿਲਿਆ, ਤੇ ਜਦੋਂ ਮੈਮ ਮੈਨੂੰ ਕਹਿੰਦੇ ਕਿ ਜਦੋਂ ਇੰਨਾ ਵਧੀਆ ਲਿਖ ਸਕਦੀ ਹਾਂ ਤਾਂ ਬੱਚੇ ਤੂੰ ਕੋਸ਼ਿਸ਼ ਕਿਉਂ ਨਹੀਂ ਕਰਦੀ ਲਿਖਣ ਦਾ। ਫਿਰ ਇਸ ਤੋਂ ਬਾਅਦ ਮੈਂ ਹੌਲੀ ਹੌਲੀ ਲਿਖਣਾ ਸ਼ੁਰੂ ਕਰਤਾ, ਤਾਂ ਤੇ ਹੁਣ ਮੈਂ MSc ਕਰ ਰਹੀ ਹਾਂ। ਤੇ ਫਿਰ ਨਾਲ ਨਾਲ ਜੋ ਵੀ ਜਦੋਂ ਵੀ ਮੈਂ, ਜਿਵੇਂ ਤੁਸੀਂ ਪਹਿਲਾਂ ਹੀ ਦੱਸਿਆ, ਮੈਂ ਮੂਵੀਜ਼ ਦੇ ਵਿੱਚੋਂ ਹੀ ਦੇਖਿਆ, ਮੈਂ ਜਾਂ ਫਿਰ ਕੁਝ ਸੀਰੀਅਲਸ ਜਾਂ ਫਿਰ ਕੁਝ ਮੂਵੀਜ਼ ਬਣਦੀਆਂ ਨੇ ਜਦੋਂ, ਤੇ ਜਾਂ ਫਿਰ ਕੋਈ ਨਾਟਕ ਅਸੀਂ ਦੇਖਦੇ ਹਾਂ, ਕਿ ਜਾਂ ਫਿਰ ਜਿਹੜੇ ਨਾਲ ਦੇ ਸਾਹਿਤਕਾਰ ਹੈ ਜਦੋਂ ਉਹ ਕੋਈ ਕਵਿਤਾ ਸੁਣਾਉਂਦੇ ਆ ਜਿਹਦੇ ਵਿੱਚ ਜਾਂ ਉਹ ਖੁਦ ਜਿਹੜੀ ਦੇਖੀ ਮਤਲਬ ਦੇਖੀ ਉਹਨਾਂ ਦੇ ਵੇਲੇ 47 ਵੇਲੇ ਜਾਂ 84 ਵੇਲੇ ਜੋ ਅਸੀਂ ਸੰਤਾਪ ਹੰਡਾਇਆ, ਉਹਦੀਆਂ ਜਦੋਂ ਗੱਲਾਂ ਸੁਣਦੇ ਆ ਅਸੀਂ, ਤੇ ਮੈਂ ਇਹ ਸੋਚਦੀ ਹਾਂ ਕਿ ਸਾਡੇ ਤੋਂ ਤਾਂ ਜਿਹੜੀਆਂ ਮੂਵੀਜ਼ ਹੈ ਨਾ ਉਹ ਬਣੀਆਂ ਹੋਈਆਂ, ਉਹ ਦੇਖ ਕੇ ਹੀ ਸਾਡੇ ਰੂਹ ਕੰਬ ਉੱਠਦੀ ਹੈ ਕਿ ਇੰਨਾ ਕੁਛ ਕਿਵੇਂ ਹੰਡਾ ਲਿਆ ਸਾਡੇ ਲੋਕਾਂ ਨੇ। ਤੇ ਜੇ ਇੰਨਾ ਕੁਛ ਹੰਡਾ ਕੇ ਵੀ ਫਿਰ ਵੀ ਸਾਡੇ ਮਾਇੰਡ ਦੇ ਵਿੱਚੋਂ ਇਹ ਨਹੀਂ ਨਿਕਲਿਆ, ਫਿਰ ਵੀ ਅਸੀਂ ਹਿੰਦੂ ਸਿੱਖ ਮੁਸਲਮਾਨ ਦੇ ਵਿੱਚ ਹੀ ਮਤਲਬ ਵੱਟ ਕੇ ਰਹਿ ਚੁੱਕੇ ਹਾਂ। ਮੈਂ ਇਹੀ ਕਹਿ ਰਹੀ ਹਾਂ ਕਿ ਮੈਨੂੰ ਸਾਰੇ ਇਨਸਾਨ ਦਿਖਦੇ ਆ, ਮੈਨੂੰ ਕੋਈ ਕਾਸਟ ਨਹੀਂ ਦਿਖ ਰਹੀ, ਮੈਨੂੰ ਕੋਈ ਖਾਸ ਧਰਮ ਨਹੀਂ ਦਿਖ ਰਿਹਾ। ਜੇ ਸਾਰੇ ਮੈਨੂੰ ਨਾਸਤਿਕ ਕਹਿਣਾ ਚਾਹਣ ਜਾਂ ਕੁਝ ਐਵੇਂ ਕਹਿਣਾ ਚਾਹਣ ਕਿ ਇਹ ਵਿਰੋਧੀ ਹੈ ਜਾਂ ਨੈਸ਼ਨਲ ਐਂਟੀ ਨੈਸ਼ਨਲ ਹੈ, ਸੋ ਆਈ ਥਿੰਕ ਬਿਲਕੁਲ ਬਿਲਕੁਲ। ਜਦੋਂ ਤੁਸੀਂ ਇਹ ਗੱਲ ਕਰ ਰਹੇ ਹੋ ਨਾ, ਉਦੋਂ ਮੈਨੂੰ ਪ੍ਰੋਫੈਸਰ ਮੋਹਨ ਸਿੰਘ ਦੀ ਇੱਕ ਕਵਿਤਾ ਦੀਆਂ 17 ਯਾਦ ਆ ਰਹੀਆਂ। ਉਹਨਾਂ ਨੇ ਬੜਾ ਸੋਹਣਾ ਕਿਹਾ ਸੀ ਕਿ ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ, ਖੋਲਣ ਲੱਗਿਆ ਪੇਜ ਇਸ ਦੇ ਖੋਲਣ ਲੱਗਿਆ ਕਾਫਰ ਹੋ ਜੇ ਬੰਦਾ। ਹਾਂ ਵਾਕਿਆ ਹੀ। ਪਰ ਉਹਨਾਂ ਦੀਆਂ ਅਗਲੀਆਂ ਲਾਈਨਾਂ ਹੋਰ ਵੀ ਬੜੀਆਂ ਪਿਆਰੀਆਂ ਹੋ ਜਾਂਦੀਆਂ, ਜਦੋਂ ਕਹਿੰਦੇ ਕਾਫਰ ਹੋਣੋਂ ਡਰ ਕੇ ਜਿਵੇਂ ਖੋਜੋਂ ਮੂਲ ਨਾ ਖੁੰਝੀ, ਲਾਈ ਲੱਗ ਮੋਮਨ ਨਾਲੋਂ ਖੋਜੀ ਕਾਫਰ ਚੰਗਾ। ਤੇ ਇਸ ਤਰ੍ਹਾਂ ਦੇ ਕਾਫਰ ਬਣਨਾ ਮੁਬਾਰਕ ਹੈ ਸਾਡੇ ਲਈ ਕਿ ਅਸੀਂ ਜਿਹੜਾ ਹੈ ਉਹ ਮਤਲਬ ਕਿ ਇਨਸਾਨੀਅਤ ਦੀ ਆਵਾਜ਼ ਉਠਾਉਣੇ ਆ। ਔਰ ਇਹ ਕੰਮ ਅਸੀਂ ਨਹੀਂ ਕਰ ਰਹੇ, ਇਹ ਕੰਮ ਕਬੀਰ ਸਾਹਿਬ ਨੇ, ਗੁਰੂ ਨਾਨਕ ਸਾਹਿਬ ਨੇ ਕੀਤਾ ਸੀ, ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਕੰਮ ਕੀਤਾ ਸੀ। ਤੇ ਜੇ ਸਾਡੇ ਗੁਰੂ ਸਾਹਿਬਾਨ ਅਜਿਹਾ ਕਾਰਜ ਕਰ ਰਹੇ ਨੇ ਤੇ ਅਸੀਂ ਕਿਉਂ ਨਾ ਕਰੀਏ। ਇਸ ਲਈ ਇਹ ਕੰਮ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਪੱਖੋਂ ਗਲਤ ਹੈ ਜਾਂ ਮਾੜਾ ਹੈ, ਇਹ ਕੰਮ ਤੇ ਹੋਣਾ ਚਾਹੀਦਾ ਜਿਹੜਾ ਤੁਸੀਂ ਕਰ ਰਹੇ ਹੋ। ਤੇ ਇਸ ਦੇ ਨਾਲ ਹੀ ਅਸੀਂ ਜਿਹੜਾ ਹੁਣ ਚਾਹਾਂਗੇ ਕਿ ਤੁਹਾਡੀ ਇੱਕ ਹੋਰ ਕਵਿਤਾ ਹੈ ਜਿਹੜੀ ਉਹ ਮੈਂ ਇੱਥੋਂ ਆਪਣੇ ਲਿਸਨਰਸ ਨੂੰ ਇਹੀ ਕਵਿਤਾ ਸੁਣਾ ਰਿਹਾ ਜੀ, ਆਜ਼ਾਦੀ, ਕਿਉਂਕਿ ਆਜ਼ਾਦੀ ਤੇ ਜੋ ਕਵਿਤਾ ਹੈ, ਅੱਜ ਆਜ਼ਾਦੀ ਦਾ ਹੀ ਦਿਨ ਹੈ। ਚਾਹੇ ਇਹ ਕਵਿਤਾ ਤੁਹਾਨੂੰ ਅਲੀਨਾ ਨੇ ਸੁਣਾ ਦਿੱਤੀ ਹੈ, ਪਰ ਫਿਰ ਵੀ ਤੁਸੀਂ ਕਿਉਂ ਨਾ ਇਸ ਕਵਿਤਾ ਨੂੰ ਥੋੜ੍ਹਾ ਜਿਹਾ ਰੇਡੀਓ 'ਤੇ ਮੇਰੇ ਕੋਲ ਆਈ ਹੋਈ ਹੈ, ਇਹ ਕਵਿਤਾ ਰੇਡੀਓ ਤੋਂ ਮੈਂ ਚਲਾ ਰਿਹਾ ਜੀ, ਤੁਸੀਂ ਸੁਣੋ। ਫਿਰ ਕਰਦੇ ਹਾਂ, ਇਸ ਤੋਂ ਬਾਅਦ ਲਵਾਂਗੇ ਇੱਕ ਬ੍ਰੇਕ, ਤੇ ਆਓ ਸੁਣਦੇ ਹਾਂ ਇਹ ਕਵਿਤਾ। ਔਰ ਚਲੋ ਅਸੀਂ ਇਸ ਕਵਿਤਾ ਤੋਂ ਪਹਿਲਾਂ ਮੈਂ ਇੱਕ ਬ੍ਰੇਕ ਲੈ ਰਿਹਾ ਜੀ। ਇਸ ਬ੍ਰੇਕ ਤੋਂ ਬਾਅਦ ਆਪਾਂ ਅਲੀਨਾ ਫਿਰ ਬਹੁਤ ਜਲਦੀ ਵਾਪਸ ਆਵਾਂਗੇ ਔਰ ਕਰਾਂਗੇ ਖੂਬ ਸਾਰੀਆਂ ਗੱਲਾਂ ਆਪਣੇ ਲਿਸਨਰਸ ਦੇ ਨਾਲ। ਰੇਡੀਓ ਖੁਸ਼ੀ 90.4 FM ਤੇ ਤੁਸੀਂ ਬਣੇ ਰਹੋ ਆਪਣੇ ਡਿਵਾਈਨ ਤੇ ਦਿਲਦਾਰ RJ ਗੁਰਵੇਲ ਸਿੰਘ ਦੇ ਨਾਲ। ਔਰ ਅੱਜ ਸਾਡੀਆਂ ਜੋ ਵਿਚਾਰਾਂ ਦੀ ਸਾਂਝ ਹੈ ਉਹ ਚੱਲ ਰਹੀ ਹੈ ਅਲੀਨਾ ਦਿਮਾਨ ਦੇ ਨਾਲ। ਅਲੀਨਾ ਇੱਕ ਮਿੰਟ ਆਪਾਂ ਕੰਟੀਨਿਊ ਸ਼ੋ ਕਰ ਸਕਦੇ ਹਾਂ? ਮੇਰੇ ਸਿਸਟਮ ਹੈਂਗ ਹੋ ਗਿਆ ਥੋੜਾ ਮਿਊਜ਼ਿਕ ਵਾਲਾ, ਤੇ ਅਸੀਂ ਕੰਟੀਨਿਊ ਚੱਲ ਸਕਦੇ ਹਾਂ?
ਮੇਨ ਬ੍ਰੇਕ ਨਹੀਂ ਲਵਾਂਗੇ 6 ਵਜੇ ਤਾਈਂ, ਬ੍ਰੇਕ ਲੈਣੀ ਸੀ ਅਸੀਂ 2, ਬਟ ਮੇਰਾ ਸਿਸਟਮ ਅੱਛਾ ਜੀ। ਅਜੇ ਹੈਂਗ ਹੋ ਗਿਆ ਹੈ, ਇਹ ਇੱਥੇ ਪ੍ਰੋਬਲਮ ਆ ਗਈ ਹੈ ਕੋਈ ਟੈਕਨੀਕਲ। ਜੇ ਮੈਂ ਕੋਈ ਬੁਲਾਇਆ ਤੇ 15-20 ਮਿੰਟ ਸਾਡੇ ਓਵਰ ਐਵੇਂ ਬਰਬਾਦ ਹੋ ਜਾਣਗੇ, ਤੇ ਮੈਂ ਇਸ ਨੂੰ ਠੀਕ ਕੰਟੀਨਿਊ ਹੈ ਕਰ ਜੀ। ਰਿਹਾ ਥੋੜਾ ਜਿਹਾ। ਇੱਕ ਮਿੰਟ, ਮੈਂ ਥੋੜੇ ਟਾਈਮ ਲਈ ਸ਼ੋਅ ਰੁਕਿਆ ਹੋਇਆ ਹੈ, ਕੋਈ ਬਾਤ ਨਹੀਂ, ਅਜੇ ਅਸੀਂ ਗੱਲ ਕਰ ਸਕਦੇ ਹਾਂ। ਸ਼ੋਅ ਸਾਡਾ ਅਜੇ ਰੁਕ ਗਿਆ ਵਿੱਚੋਂ, ਜਲਦੀ ਇਸ ਨੂੰ ਔਨ ਕਰਦਾ ਮੈਂ। रुक ही गया तो फिर एलिना हेलो, हाँ जी। मैं हाँ थोड़ा जी ਜਿਹਾ ਨਾ ਕੱਟ ਕੇ ਲਗਾਉਂਦਾ, ਮੈਂ ਇੱਕ ਵਾਰ ਇਹ ਠੀਕ ਕਰਵਾ ਹੀ ਲਵਾਂ, ਮੇਰੇ ਉਹ ਟੈਕਨੀਸ਼ੀਅਨ ਠੀਕ ਕਰ ਰਹੇ, ਤੇ 1-2 जी। ਮਿੰਟ ਦਾ ਟਾਈਮ ਲੱਗੇਗਾ, 5-7 ਮਿੰਟ ਲੱਗਣਗੇ, ਫਿਰ ਮੈਂ ਦੁਬਾਰਾ ਕਰਦਾ ਕੰਟੀਨਿਊ। ओके। ਹਾਂ, ਇਹਨਾਂ ਵਿੱਚ ਪ੍ਰੋਬਲਮ ਆ ਗਈ ਹੈ ਟੈਕਨੀਕਲ ਕੋਈ, ਇੱਥੇ हाँ जी, कोई बात नहीं। हैंग हो गया सिस्टम। हाँ, बीच में ही चलते शो से ही हैंग हो गया। इसको तो बोल दिया सर आज। हाँ, इसको तो कर दिया कल्याण। इसका इसका एमपीसी से बात हो गई ना। हाँ। कंट्रोल सर आज ना। हाँ, बोल दिया है क्या? कि ये उधर का ना हाँ, क्लियर करेंगे, प्लस यहाँ वो डालेंगे फाइबर। वो मना कर रहा था अच्छा, कैमरे वाला, मैं नहीं बोल रहा था कि मैं नहीं वो तो बात हो गई थी। एक बार हैंग इसका हटाओ, क्योंकि लाइव शो चल रहा था, बीच में ही हट गई। आप वो कर दीजिए क्या, सेव? सेव कर दीजिए। अच्छा, मैं सेव करता हूँ।
दूसरा मैं वन खड़ो 1 सेकंड सुल्टा वाला जी कीबोर्ड है इसका अपने जिधर सुल्टा वाला है हाँ हाँ मैं वो कर दिया कर दिया आपने डेस्कटॉप पे हो गया सेव। ठीक है अब करूँ एक बार बंद इधर से या नहीं? रहने दीजिए आप। नहीं वो मेरी मिस्टर बख्शी से हुई थी उसके बाद बात, हाँ जी तो मिस्टर बख्शी कह रहे थे कि नहीं बोला हुआ है बोल डाल लेंगे, हाँ जी तो उसका क्या हुआ इसका ऊपरले वाले का? उसका उनको बोलना है एक्चुअली जो है यहाँ पे ना क्या अच्छा 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 तो उनको कल दिखाना है क्या वो कब वो अपनी recording करते हाँ नहीं वो जरूरी है। हैं। हाँ जी हुआ सर ऑन हो रहे हैं, प्रेस से नहीं किया गया। ट्राइंग टू कनेक्ट। ये भी यार इसकी मुसीबत निकालो ना, बार बार मुसीबत देता है। सर इसका एक साथ ही करेंगे अभी बरसात जैसे खत्म हुई ना हाँ इसके नहीं ऐसे पूरे शो का ऐसी तैसी फिर जाती है बुर। सारे का सारा हाँ अब मेरे साथ गेस्ट उधर से बैठा हुआ है लाइन पे। हाँ वो फिर सारे हाँ तो FM 11 खोल दूँ? नहीं स्टूडियो हाँ स्टूडियो स्टूडियो FM 11 स्टूडियो। हाँ जी हाँ जी क्या होना है खुशी? नहीं रेडियो खुशी सर आर और के कैपिटल नहीं आर और के कैपिटल RADIOKHUSHI। नहीं आप उसका कीबोर्ड गलत यूज कर रहे हैं मैंने उल्टा कर दिया वो हाँ देखो ना इसी से ही आ रहा अच्छा है, इसी से आ रहा है इसका इसी से ही कर रहा हूँ। वो खुल गया। खुल गया ना हाँ आप 11 खोलेंगे तो सीधा खुल जाएगा वो शेड्यूल आपका जो लगा था अब नोकिया सूट दूसरा खोलने की तो जरूरत नहीं। ना 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 दूसरे की जरूरत नहीं सर एक ही। वो तो चल पड़ा बट उड़ गया सारा ही मेरा, तो क्या हुआ? बट वो GS नाम पे किया था ना मैंने, GS नाम पे सेव किया था। नहीं हुआ वो। हाँ वही वाला खोलिए जीएस वाला खोलिए नहीं खुला तो वो ही है बट उसमें से शो उड़ गया जेड़े मेरे लगे हुए था ना शेड्यूल। अच्छा वो इसमें वो सेव नहीं हुआ क्या कोई नहीं हो तो कर देता हूँ मैं, दोबारा कर देता। आप यहाँ सेंट्रल खोलो ना रिकॉर्डिंग आप गई आज हाँ रिकॉर्डिंग भी बंद की होएगी पहले। रिकॉर्डिंग भी गई आपकी नहीं रिकॉर्डिंग पहली सेव हो गई थी, दोबारा स्टार्ट कर दो अब से, अच्छा ठीक है फिर वो जोड़ लेंगे। सही नीतियों का परिणाम देश में उत्तराखंड बना रहा अपनी नई पहचान। सूचना एवं लोक संपर्क विभाग उत्तराखंड द्वारा जनहित में जारी। आप सुनने लगे रेडियो खुशी 90.4 FM। ये क्षेत्र को पहलू हेलो अलीना मेरी आवाज आ रही? यस हाँ बस हो गया, ठीक हो गया है, हम फिर चल रहे हैं कंटिन्यू।
देखो जानो हम दिल अपना तेरे लिए लाए, सोच सोच दुनिया में क्यों आए, तेरे लिए आए। देखो देखो जानो